बेटा विरपल, the passport and all the documents will be done from the God side। और खुदावंद खुदा ने वो बात, आपकी जो दरख्वास्त रखी थी आपकी डन होगी। उस जगवेदी से वो उठ के पासपोर्ट आपके पास आ गया। यू आर द फर्स्ट वन जिसको दुआ का जवाब मिला। जितने भी हमारी इंटरसेशन टीम डेली दरख्वास्त करती है खुदावंद के हुजूर उन बच्चों के लिए जिन्होंने अपने वीजास, अपने पीआरस, अपने वीजा रिन्यूअल की दरख्वास्त रखी हुई है। एंड द लास्ट टाइम व्हेन वी वर प्रेइंग, तो हमें खुदा ने ये दिखाया था कि वो सारी जो डॉक्यूमेंट्स और सारी दरख्वास्तें जो हैं वो उस जगवेदी, उस मजबा के ऊपर पड़ी हुई है जो खुदावंद के हुजूर में पड़ा हुआ है, जिसके ऊपर दुआएं प्रार्थनाएं डाली जाती। और उसमें से सबसे पहला पासपोर्ट उठकर जो है वो बेटी विरपल की दुआ के लिए जवाब आया। सो यू गॉट इट। राजविंदर तो बहुत खुश होएगी अज ते पुत्र हो, मेरे ख्याल नाल मिठाई वंडेगी जड़ी उत्थे मिलदी नहीं छेती। सो हम दुआ करते हैं खुदा उनका शुक्र। उससे पेशतर हम बहन विरपल की गवाही ले लें। जय मसीह साਰਿਆਂ ਨੂੰ। ਬ੍ਰਦਰ, ਮੇਰੀ ਟੈਸਟਮਨੀ ਆ ਮੇਰੇ ਕੈਨੇਡਾ ਦੇ ਵੀਜ਼ੇ ਦੀ। ਪਰਮੇਸ਼ਰ ਨੇ ਮੈਨੂੰ ਕੈਨੇਡਾ ਦੇ ਵੀਜ਼ੇ ਨਾਲ ਬਲੈਸ ਕੀਤਾ, ਪਰ ਇਹ ਜਰਨੀ ਦੇ ਵਿੱਚ ਮੈਨੂੰ ਪਤਾ ਵੀ ਮੈਂ ਬਹੁਤ ਸਟਰਗਲ ਵੀ ਕੀਤਾ ਹੈਗਾ, ਕਿਉਂਕਿ ਸਾਡੀ ਰਿਫਿਊਜ਼ਲ ਸੀਗੀ ਸਿਸਟਰ ਰਾਜਵਿੰਦਰ ਦੇ ਥਰੂ, ਸਾਰਿਆਂ ਨੂੰ ਪਤਾ ਹੀ ਆ। ਪਰ ਵੀਰੇ ਮੇਰਾ ਅਪਰੂਵਡ ਹੋ ਗਈ ਸੀਗੀ ਲਾਮੀਆ, ਪਰ ਮੇਰਾ ਡਿਲੇ ਬਹੁਤ ਜ਼ਿਆਦਾ ਜਾ ਰਿਹਾ ਸੀ। ਮੈਂ ਤੁਹਾਡੇ ਕੋਲੇ ਦੱਸਿਆ ਵੀ ਸੀਗਾ, ਤੁਸੀਂ ਕਿਹਾ ਸੀ ਬੇਟਾ ਪਰਮੇਸ਼ਰ ਦੀ ਕੋਈ ਮਰਜ਼ੀ ਹੁੰਦੀ ਆ, ਸੋ ਖੁਦਾ ਨੇ ਤੁਹਾਡੇ ਤੋਂ ਕੰਮ ਕਰਾਉਣਾ। ਬਾਕੀ ਪਰਮੇਸ਼ਰ ਨੇ ਉਹ 4 ਮਹੀਨੇ ਮੇਰੇ ਤੋਂ ਕੰਮ ਕਰਾਇਆ। ਪਰਮੇਸ਼ਰ ਦਾ ਜੋ ਮੈਂ ਕੰਮ ਕੀਤਾ, ਖੁਦਾ ਨੇ ਮੈਨੂੰ ਬਹੁਤ ਬਲੈਸ ਕੀਤਾ ਗਾ। 4 ਮਹੀਨੇ ਪਹਿਲਾਂ ਹੀ ਮੇਰੇ ਪੇਪਰ ਸਾਰੇ ਡਨ ਹੋ ਗਏ ਸੀਗੇ, ਜਿੱਦਾਂ ਕਿ ਮੇਰੇ ਲਾਮੀਆ ਅਪਰੂਵਡ ਹੋ ਕੇ ਆ ਗਈ ਸੀਗੀ, ਪਰ ਮੇਰੀ ਸਬਮਿਟ ਨਹੀਂ ਹੋ ਰਹੀ ਸੀ ਫਾਈਲ। ਤੇ ਮੈਨੂੰ ਐ ਸੀਗਾ ਵੀ ਮੈਂ ਕੋਈ ਹੋਰ ਪੈਸਾ ਨਹੀਂ ਖਰਚਣਾ ਹੈਗਾ ਇਸ ਚੀਜ਼ ਦੇ ਵਿੱਚ। ਤੇ ਫਿਰ ਜਿਹੜੇ ਵੀ ਮੈਂ ਕੰਮ ਕਰਾਇਆ ਬੈਂਕ ਦੇ ਥਰੂ ਜਾਂ ਜਿੱਥੇ ਵੀ ਮੈਂ ਗਈ ਹਾਂ, ਮੈਨੂੰ ਸਾਰੇ ਪਾਸੋਂ ਫੇਵਰ ਮਿਲਿਆ। ਮੈਨੂੰ ਕਿਸੇ ਵੀ ਚੀਜ਼ ਦੇ ਵਿੱਚ ਐਕਸਟਰਾ ਮਨੀ ਨਹੀਂ ਪੇ ਕਰਨੀ ਪਈ। ਫਿਰ ਬ੍ਰਦਰ ਮੇਰੀ 17 ਨਵੰਬਰ ਨੂੰ ਮੇਰੀ ਫਾਈਲ ਸਬਮਿਟ ਹੋਈ ਆ, ਤੇ ਆਈ ਥਿੰਕ 27 ਨਵੰਬਰ ਨੂੰ ਮੈਂ ਤੁਹਾਡੇ ਤੋਂ ਨਾ ਸ਼ਾਮ ਨੂੰ ਦੁਆ ਕਰਾਈ ਸੀਗੀ। ਮੈਂ ਕਿਹਾ ਵੀਰੇ ਮੇਰੇ ਲਈ ਦੁਆ ਕਰ ਦਿਓ, ਵੀ ਮੇਰਾ ਡਿਲੇ ਹੋ ਰਿਹਾ ਸਾਰਾ ਕੁਛ ਹੈ ਨਾ। ਤੇ ਤੁਸੀਂ ਮੇਰੇ ਲਈ ਦੁਆ ਕੀਤੀ, ਤੁਸੀਂ ਮੇਰਾ ਫੋਨ ਚੱਕ ਲਿਆ। ਮੈਂ ਇੰਟਰਸੈਸ਼ਨ ਦੇ ਵਿੱਚ ਨਹੀਂ ਗਈ ਉਸ ਦਿਨ, ਤੁਸੀਂ ਮੇਰਾ ਫੋਨ ਚੱਕ ਲਿਆ ਤੇ ਤੁਸੀਂ ਕਿਹਾ ਬੇਟਾ ਤੁਹਾਡੀ ਇੱਜ਼ਤ ਵਧਣ ਜਾ ਰਹੀ ਹੈ। ਤੇ ਉਸੇ ਰਾਤ ਹੀ ਮੇਰਾ ਕੈਨੇਡਾ ਦਾ ਵੀਜ਼ਾ ਆਇਆ, ਉਸੇ ਰਾਤ। ਮਤਲਬ ਕਿ ਲਾਈਕ ਮੈਂ 2:30 ਵਜੇ ਦੁਆ ਕਰਕੇ ਸੁੱਤੀ ਪਈ ਹਾਂ, 2:45 ਵਜੇ ਮੈਨੂੰ ਏਜੰਟ ਨੇ ਮੈਸੇਜ ਕਰਤਾ ਵੀ ਤੁਹਾਡਾ ਅਪਰੂਵਡ ਹੋ ਗਈ ਆ ਫਾਈਲ ਤੇ ਤੁਹਾਡਾ ਵੀਜ਼ਾ ਆ ਗਿਆ। ਇਸ ਤੋਂ ਬਾਅਦ ਮੈਂ ਪਹਿਲਾਂ ਮੈਂ ਦੁਆ ਕੀਤੀ ਖੁਦਾ ਦੇ ਅੱਗੇ ਵੀ ਪਰਮੇਸ਼ਰ ਤੇਰਾ ਧੰਨਵਾਦ। ਫਿਰ ਮੈਂ ਬ੍ਰਦਰ ਤੁਹਾਡਾ ਮੈਸੇਜ ਸੁਣਿਆ, ਤੁਸੀਂ ਮੈਨੂੰ ਰਿਕਾਰਡਿੰਗ ਭੇਜੀ, ਬੇਟਾ ਕੰਗ੍ਰੈਚੁਲੇਸ਼ਨ। ਤੇ ਬ੍ਰਦਰ ਇਸ ਤੋਂ ਬਾਅਦ ਮਤਲਬ ਕਿ ਮੇਰਾ ਇੱਥੇ ਆਉਣ ਦੇ ਲਈ ਸਾਡਾ ਟਿਕਟ ਦਾ ਹੋਇਆ ਸੀ ਨਾ ਸਿਸਟਰ ਰਾਜਵਿੰਦਰ ਦਾ, ਤੇ ਵੀ ਏਦਾਂ ਕਰਕੇ ਵੀ ਕਹਿੰਦੇ ਸੀ ਵੀ ਇੱਥੋਂ ਜਾ ਸਾਈਪਰਸ ਤੋਂ ਜਾਣਾ ਔਖਾ ਸੀਗਾ, ਥੋੜਾ ਜਿਹਾ ਟਿਕਟ ਦਾ ਹੁੰਦਾ ਸੀਗਾ ਵੀ 에ਅਰਲਾਈਨ ਅਲਾਉਡ ਨਹੀਂ ਕਰਦੀਆਂ ਸੀਗੀਆਂ। ਮੇਰੀ ਮਤਲਬ ਕਿ ਲੰਡਨ ਦੀ ਹੋਈ ਸੀਗੀ, ਤੇ ਮੈਨੂੰ ਡਰ ਸੀਗਾ ਵੀ ਮਤਲਬ ਕਿ ਮੈਨੂੰ ਸਟੇ ਕਰਨ ਦੇਣਗੇ, ਜਾਣ ਦੇਣਗੇ ਕਿ ਨਹੀਂ। ਤੁਸੀਂ ਕਿਹਾ ਸੀ ਬੇਟਾ ਜੋ ਸਟਰਗਲ ਸਿਸਟਰ ਰਾਜਵਿੰਦਰ ਨੇ ਦੇਖਿਆ ਉਹ ਤੂੰ ਨਹੀਂ ਦੇਖੇਂਗੀ। ਬਾਕੀ ਬ੍ਰਦਰ ਮੇਰਾ ਸਾਰਾ ਕੰਮ ਸਮੂਥਲੀ ਗਿਆ। ਤੁਸੀਂ ਮੇਰੇ ਲਈ ਪ੍ਰੋਫੈਸੀ ਵੀ ਕੀਤੀ ਸੀ ਵੀ ਜੋ 10 ਸਾਲ ਪਹਿਲਾਂ ਤੂੰ ਮੰਗਿਆ ਤੈਨੂੰ ਪਰਮੇਸ਼ਰ ਉਹ ਵੀ ਦੇਣ ਜਾ ਰਿਹਾ। ਤੇ ਬਾਕੀ ਮੇਰੀ ਵਿਸ਼ ਸੀ ਮੈਂ ਲੰਡਨ ਜਾਵਾਂ, ਤੇ ਪਰਮੇਸ਼ਰ ਨੇ ਮੈਨੂੰ ਲੰਡਨ ਵੀ ਦਿਖਾਇਆ। ਤੇ ਇੱਥੇ ਵੀ ਬ੍ਰਦਰ ਮੇਰਾ ਮਤਲਬ ਕਿ ਮੈਨੂੰ ਹਜੇ 16 ਜਨਵਰੀ ਨੂੰ ਮੇਰਾ 1 ਮੰਥ ਕੰਪਲੀਟ ਹੋਣਾਗਾ। ਮੇਰੇ ਸਾਰੇ ਡਾਕੂਮੈਂਟਸ ਡਨ ਹੋ ਗਏ। ਮੈਂ SIN ਨੰਬਰ ਲੈਣ ਗਈ ਸੀ, ਉੱਥੇ ਵੀ ਟਾਈਮ ਲੱਗਦਾ ਹੁੰਦਾ, ਕਹਿੰਦੇ 3-3 ਦਿਨ ਲੱਗ ਜਾਂਦੇ ਆ। ਉਸ ਦਿਨ ਸਟ੍ਰਾਈਕ ਹੋਈ ਸੀ ਜਿਸ ਦਿਨ ਮੈਂ ਤੇ ਰਾਜਵਿੰਦਰ ਦੇ ਜਾਣਾ ਸੀ। SIN ਨੰਬਰ ਵਾਕਿੰਗ ਤੇ ਗਏ ਸੀ, ਨਾਲੇ ਅਸੀਂ ਅਪਾਇੰਟਮੈਂਟ ਨਹੀਂ ਲੈਤੀ ਸੀਗੀ। ਤੇ ਉਸੇ ਦਿਨ ਹੀ ਮੇਰਾ SIN ਨੰਬਰ ਮਿਲ ਗਿਆ ਜਿਹਤੇ ਕੰਮ ਅਲਾਉਡ ਹੁੰਦਾਗਾ। ਤੇ ਮੇਰਾ ਹਫ਼ਤੇ ਬਾਅਦ SIN ਨੰਬਰ ਮਤਲਬ ਕਿ ਇੱਕ BC ਕਾਰਡ ਹੁੰਦਾ, ਉਹ ਵੀ ਮੇਰਾ ਬਣ ਕੇ ਆ ਗਿਆ 1 ਵੀਕ ਦੇ ਵਿੱਚ। ਉਹ ਕਹਿੰਦੇ 2 ਮੰਥ ਲੱਗਦੇ ਹੁੰਦੇ ਆ। ਹਜੇ ਮੈਨੂੰ 16 ਜਨਵਰੀ ਨੂੰ 1 ਮਹੀਨਾ ਹੋਣਾ, ਮੇਰਾ ਕੰਮ ਸਟਾਰਟ ਹੋ ਗਿਆ। ਮੇਰਾ ਸੁਪਰਵਾਈਜ਼ਰ ਮੈਨੂੰ ਬਹੁਤ ਸਪੋਰਟ ਕਰਦਾ। ਤੇ ਮੈਂ ਕਹਿੰਦੀ ਆ ਵੀ ਮੈਂ ਪਰਮੇਸ਼ਰ ਦਾ ਕੰਮ ਕੀਤਾ ਸੀ, ਮੈਂ ਆਪਣੇ ਲਈ ਕੀਤਾ ਸੀਗਾ। ਖੁਦਾ ਨੇ ਮੈਨੂੰ ਯੂਜ਼ ਕੀਤਾ ਉਸ ਟਾਈਮ। ਤੇ ਬ੍ਰਦਰ ਤੁਸੀਂ ਮੈਨੂੰ ਗਾਈਡ ਕੀਤਾ। ਮੈਨੂੰ ਗੁੱਸਾ ਵੀ ਆ ਜਾਂਦਾ ਹੁੰਦਾ ਸੀ ਕਿਤੇ ਵੀ, ਹਾਂ ਮੇਰੇ ਮਨ 'ਚ ਨੈਗੇਟਿਵਿਟੀ ਵੀ ਆਉਂਦੀ ਸੀ। ਤੁਸੀਂ ਕਹਿੰਦੇ ਸੀ ਨਹੀਂ ਬੇਟਾ ਸ਼ਾਇਦ ਪਰਮੇਸ਼ਰ ਦੀ ਕੋਈ ਯੋਜਨਾ, ਚੁੱਪ ਰਹਿਣਾ। ਉਹ ਮੇਰੀ ਚੁੱਪ ਨੇ ਪਰਮੇਸ਼ਰ ਮੈਨੂੰ ਬਹੁਤ ਬਲੈਸ ਕੀਤਾ ਗਾ। ਉਹ ਤੁਹਾਡੇ ਥਰੂ ਮੈਨੂੰ ਤੁਸੀਂ ਮੈਨੂੰ ਗਾਈਡ ਕੀਤਾ। ਹਾਂ ਮੈਂ ਬਹੁਤ ਸਟਰਗਲ ਕੀਤਾ ਸੀ, ਪਰਮੇਸ਼ਰ ਨੇ ਬਾਕੀ ਮੇਰੀ ਇੱਜ਼ਤ ਵਧਾਈ ਹੈ। ਜੋ ਲੋਕ ਮੈਨੂੰ ਬੁਲਾਉਂਦੇ ਤੱਕ ਨਹੀਂ ਸੀ, ਅੱਜ ਉਹ ਮੈਨੂੰ ਫੋਨ ਕਰਦੇ ਨੇ। ਆਮੀਨ, ਪ੍ਰੇਜ਼ ਦ ਲਾਰਡ। ਵੀ ਥੈਂਕ ਯੂ ਸੋ ਮਚ ਵੀਰੇ। ਜੋ ਮੈਂ ਤੁਹਾਡੇ ਤੋਂ ਮਤਲਬ ਕਿ ਮੈਂ ਤੁਹਾਨੂੰ ਕਦੇ ਪਾਸਟਰ ਸਮਝੇ ਨਹੀਂ, ਮੈਂ ਆਪਦਾ ਵੱਡਾ ਭਰਾ ਮੰਨਦੀ ਹਾਂ। ਮੈਂ ਪਹਿਲਾਂ ਜੋ ਸੀ ਬਹੁਤ ਜ਼ਿਆਦਾ ਰੋਂਦੀ ਹੁੰਦੀ ਸੀ, ਬਹੁਤ ਸਟਰਗਲ ਦੇਖਿਆ ਸੀ। ਜਦੋਂ ਦੀ ਮੈਂ ਤੁਹਾਡੇ ਨਾਲ ਜੁੜੀ ਹਾਂ ਬ੍ਰਦਰ, ਮੈਨੂੰ ਬਹੁਤ ਬਲੈਸ ਕੀਤਾ। ਹਾਂ ਮੈਂ ਜਦੋਂ ਮੈਂ ਇੱਥੇ ਆਉਣਾ ਸੀਗਾ
ਮੇਰੀ 15 ਜਨਵਰੀ ਤੱਕ ਮੈਨੂੰ ਪੇਮੈਂਟ ਮਿਲਣੀ ਸੀਗੀ ਤੇ ਮੈਂ ਕਿਹਾ ਸੀ, ਮੈਂ ਕਿਹਾ ਵੀਰੇ ਨਹੀਂ ਮੈਂ ਆਪਣਾ ਟਾਈਟ ਦੇਣਾ। ਤੁਸੀਂ ਕਿਹਾ ਸੀ ਬੇਟਾ ਤੁਹਾਨੂੰ ਲੋੜ ਪੈ ਸਕਦੀ ਹੈ, ਤੁਸੀਂ ਪੈਸੇ ਨਾਲ ਲੈ ਜਾਓ। ਮੈਂ ਕਿਹਾ ਨਹੀਂ ਵੀਰੇ, ਮੈਂ ਤੁਹਾਨੂੰ ਦਵਾਈ ਸੈਂਡ ਕਰਕੇ ਆਂਦਾ, ਉਸੇ ਦਿਨ ਹੀ ਮੇਰੇ ਮਾਲਕਾਂ ਨੇ ਮੈਨੂੰ ਐਕਸਟਰਾ ਪੇਮੈਂਟ ਪਾਈ। ਸੋ ਟਾਈਟ आमीन। ਦੇਣ ਦਾ ਮਤਲਬ ਇਹ ਹੁੰਦਾ ਵੀ ਆਪਾਂ ਖੁਦਾ ਦੇ ਭਵਨ ਦੇ ਵਿੱਚ ਬੂਰੇ, ਆਪਾਂ ਕਿਸ ਚਰਚ 'ਚ ਬੂਰੇ ਆ, ਉਹ ਚੀਜ਼ ਮਾਇਨੇ ਕਰਦੀ ਆ। ਮਾਇਨੇ ਇਹ ਨਹੀਂ ਕਰਦਾ ਹੈਗਾ ਵੀ ਤੁਹਾਡੀ ਮਨੀ ਕਿੰਨੀ ਆ। ਮੇਰੀ ਸੈਲਰੀ ਕੁਝ ਜ਼ਿਆਦਾ ਨਹੀਂ ਸੀ, ਇੰਡੀਆ ਦੇ 3000 ਸੀ, ਪਰ ਪਰਮੇਸ਼ਰ ਲਈ ਉਹ 3000 ਬਹੁਤ ਵੈਲਿਊ ਕਰਦੇ ਸੀਗੇ। ਉਹ आमीन। ਚਰਚ ਦੇ ਵਿੱਚ ਗਏ ਆ ਬ੍ਰਦਰ, ਤੁਹਾਡੇ ਕੋਲੇ ਗਏ ਆ, ਤੁਸੀਂ ਸਾਨੂੰ ਬਲੈਸ ਕਰਦੇ ਹੋ, ਦੁਆ ਕਰਦੇ ਹੋ ਸਾਡੇ ਲਈ। ਸੋ ਵੀ ਤੁਸੀਂ ਦੂਸਰਿਆਂ ਲਈ ਰੋਜੇ ਰੱਖਦੇ ਹੋ, ਉਹ ਚੀਜ਼ ਮੈਂ ਵੀ ਸੁੱਖੀ ਆ। ਜਦੋਂ ਪਾਸਟਰ ਜੀ ਕਹਿੰਦੇ ਆ ਨਾ ਰੋਜਾ ਰੱਖੋ, ਇਹਦਾ ਮਤਲਬ ਆਪਾਂ ਆਪਣੀ ਬਲੈਸਿੰਗ ਦੇ ਲਈ ਖੜੇ ਹੋ ਰਹੇ ਆ। ਖੁਦਾ ਆਪਾਂ आमीन। ਨੂੰ ਵੀ ਬਲੈਸ ਕਰੇਗਾ ਜਦੋਂ ਆਪਾਂ ਕਿਸੇ ਲਈ ਦੁਆ ਕਰਦੇ ਹਾਂ। ਬ੍ਰਦਰ ਮੈਂ ਅੱਜ ਤੱਕ ਕਦੇ ਵੀ ਰੋਜਾ ਨਹੀਂ ਰੱਖਿਆ ਸੀ ਆਪਣੇ ਲਈ। ਜਦੋਂ ਮੇਰਾ ਇੱਥੋਂ ਪੇਪਰ ਲੱਗੇ ਹੋਏ ਸੀ, ਮੈਂ ਜਿਹੜੇ ਪਾਸਟਰ ਜੀ ਕਹਿੰਦੇ ਸੀ ਰੋਜਾ ਰੱਖਣਾ ਬੇਟਾ, ਮੈਂ ਆਪਣੇ ਲਈ ਕਦੇ ਨਹੀਂ ਰੱਖਿਆ ਸੀ। ਮੈਂ ਰੋਜਾ ਰੱਖਦੀ ਹੁੰਦੀ ਸੀ। ਬਾਕੀ ਪਰਮੇਸ਼ਰ ਨੇ ਮੈਨੂੰ ਬਲੈਸਿੰਗਾਂ ਦਿੱਤੀਆਂ ਜਦੋਂ ਆਪਾਂ ਕਿਸੇ ਲਈ ਖੜਦੇ ਆ। ਸੋ ਥੈਂਕ ਯੂ आमीन। ਵੀਰੇ, ਇਹ ਤੁਹਾਡੇ ਤੋਂ ਸਿੱਖਿਆ। ਮੈਂ ਜੋ ਚੀਜ਼ਾਂ ਮੈਂ ਤੁਹਾਡੇ ਤੋਂ ਸਿੱਖੀਆਂ ਉਹ ਅੱਜ ਮੈਂ ਦੱਸ ਰਹੀ ਹਾਂ। ਮੇਰੀ ਗਵਾਹੀ ਸੀ, ਮੈਂ ਦੱਸਣਾ ਚਾਹੁੰਦੀ ਸੀ ਵੀ ਆਪਾਂ ਬਲੈਸਿੰਗ ਕਿੱਦਾਂ ਲੈ ਸਕਦੇ ਹਾਂ। ਸੋ ਪਾਸਟਰ ਜੀ ਆਪਾਂ ਨੂੰ ਗਾਈਡ ਕਰ ਸਕਦੇ ਆ, ਬਲੈਸਿੰਗ ਆਪਾਂ ਖੁਦ ਲੈ ਸਕਦੇ ਹਾਂ ਪਰਮੇਸ਼ਰ ਤੋਂ। That's true. That's true. ਥੈਂਕ ਯੂ That's true. ਸੋ ਮਚ, ਗॉड ਬlesਸ ਯੂ ਸਾਰਿਆਂ ਨੂੰ। ਥੈਂਕ ਯੂ ਸੋ ਮਚ ਵੀਰੇ। थैंक यू वेरी मच। सारा इज्जत जलाल असी खुदावंद यीशु मसीह नासरी ਨੂੰ देने हैं। पाकरू का शुक्रगुजारी करते हैं, धन्यवाद करते हैं जो हमें सिखाते हैं, हमें बताते हैं। और मैं खुदा उनका शुक्र करता हूँ जब मैं इन बच्चों को देखता हूँ। और मैं अब इस बात पे खुश हूँ कि अगर मैं नहीं भी होवांगा फिर भी संभालने के लिए बच्चे हैं। मेरा काम नहीं है, खुदा का काम है। हम सब नौकर हैं समेत मेरे, कोई भी मालिक नहीं है। तो सारा इज्जत जलाल हम खुदावंद यीशु मसीह नासरी को देते हैं, इस बड़ी गवाही के लिए, इस बेटी के लिए। और याद रखिए ये बात दुरुस्त है, जितने बच्चों के पास इंटरसेशन का तोड़ा है मैं उनको कहता हूं आप खुदा के लोगों के लिए खड़ा हो, खुदा आपके घर के लिए खड़ा हो जाएगा। मैंने अपने बेटे के लिए रोजा रखना था, 1 हफ्ता लगा मुझे उसके लिए, रोजे के लिए टाइम निकालने के लिए। रोज अच्छा सुबह रखूंगा नहीं, किसी और के लिए आ जाता है। और जो चीज मैंने खुदा के जोर मिन्नत करके मांगी, मुझे एक रात को दिखाई गई, अगले दिन सुबह टीम के एक मेंबर को वही चीज दिखाई गई, सेम वही चीज, उसमें कोई फर्क नहीं था। तो जब आप खुदा के लोगों के लिए खड़े होते हैं, खुदा आपके लिए खड़ा हो जाता है। और हम शुक्रगुजारी करते हैं इस बड़ी गवाही के लिए। और बेटी विरपल के लिए भी मैं पूरी जो टीम है इसके लिए बड़ा शुक्रगुजार हूँ।